ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਬਨੀਏ ਗੁਰਸਿੱਖ ਪਿਆਰਾ ਦੇ ਇਸ ਐਪੀਸੋਡ ਦੇ ਵਿਚਕਾਰ ਅਸੀਂ ਆਪਣੇ ਪਿਆਰੇ ਤੇ ਸੂਝਵਾਨ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਆਓ ਬਨੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਗੁਰਮਤ, ਗੁਰ ਇਤਿਹਾਸ ਅਤੇ ਦੁਨੀਆ ਭਰ 'ਚ ਬੈਠੇ ਉਹਨਾਂ ਗੁਰਸਿੱਖਾਂ ਦੀ ਪਹਿਚਾਣ ਨੂੰ ਤੁਹਾਡੇ ਸਾਹਮਣੇ ਲਿਆਉਂਦਾ ਹੈ ਜਿਨ੍ਹਾਂ ਨੇ ਸਿੱਖੀ ਸਰੂਪ ਰੱਖਦਿਆਂ ਹੋਇਆਂ ਮਹਾਰਤ ਹਾਸਲ ਕੀਤੀ ਹੈ ਔਰ ਦੁਨੀਆ 'ਚ ਆਪਣਾ ਨਾਮ ਨਾ ਖੱਟਿਆ ਹੈ। ਲੇਕਿਨ ਉਹਨਾਂ ਨੇ ਇੱਕੋ ਗੱਲ ਕਹੀ ਹੈ, ਇਹ ਸਾਰਾ ਦਾ ਸਾਰਾ ਜਿਹੜਾ ਸ਼੍ਰੇ ਹੈ, ਕ੍ਰੈਡਿਟ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਾਨੂੰ ਇਹ ਸੇਧ ਦਿੱਤੀ ਕਿ ਅਸੀਂ ਸਿੱਖੀ 'ਚ ਰਹਿ ਕੇ ਮਾਨਵਤਾ ਦੀ, ਸਮਾਜ ਦੀ, ਸਰਬੱਤ ਦੇ ਭਲੇ ਦੀ ਸੇਵਾ ਕਰ ਸਕੀਏ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਵਿਸ਼ੇ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ ਉਹ ਹੈ ਛੋਟਾ ਘੱਲੂਘਾਰਾ। ਅੱਜ ਕੱਲ੍ਹ ਦੇ ਦਿਨਾਂ 'ਚ ਤੁਸੀਂ ਸੁਣਦੇ ਪਏ ਹੋਵੋਗੇ। ਛੋਟਾ ਘੱਲੂਘਾਰਾ ਉਹ ਸਿੱਖ ਇਤਿਹਾਸ ਦਾ ਉਹ ਵਰਕਾ ਹੈ ਜਿਹੜਾ ਖੂਨ ਨਾਲ ਭਿੱਜਿਆ ਹੋਇਆ ਹੈ, ਜਿਹਦੇ ਵਿੱਚ ਲਗਭਗ 11,000 ਬੱਚੇ, ਬੀਬੀਆਂ ਤੇ ਨੌਜਵਾਨ ਬਜ਼ੁਰਗ ਸ਼ਹੀਦੀ ਪਾ ਗਏ ਸਨ। ਲਖਪਤ ਰਾਏ ਦੀ ਹਕੂਮਤ ਔਰ ਉਸ ਨੇ ਸਿੱਖਾਂ ਨੂੰ ਕਤਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਜੰਗ ਦੇ ਵਿਚਕਾਰ ਸ਼ਹਾਦਤਾਂ ਤਾਂ ਪਾਈਆਂ ਲੇਕਿਨ ਸਿੱਖੀ ਸਿਦਕ ਨਹੀਂ ਡੋਲਿਆ। ਜਿਹੜਾ ਸਿੱਖ ਰੋਜ਼ ਨਿਤਾਪਤੀ ਅਰਦਾਸ ਕਰਦਾ ਹੈ ਔਰ ਜਦੋਂ ਦਾਨ ਮੰਗਦਾ ਹੈ ਅਰਦਾਸ ਦੇ ਵਿੱਚ ਤੇ ਸਿਦਕ ਵੀ ਮੰਗਦਾ ਹੈ, ਸਹਿਜ ਵੀ ਮੰਗਦਾ ਹੈ, ਨਾਮ ਵੀ ਮੰਗਦਾ ਹੈ, ਉਸ ਦੇ ਉੱਤੇ ਨਿਭਦਿਆਂ ਹੋਇਆਂ ਆਪਣਾ ਸੀਸ ਵੀ ਵਾਰ ਦਿੰਦਾ ਹੈ। ਅੱਜ ਸਿੱਖੀ ਦੀ ਸਪਿਰਿਟ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ। ਅਸੀਂ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਇਸ ਗੱਲ ਵਾਸਤੇ ਤਿਆਰ ਕਰਦੇ ਕਿ ਜੇ ਸਿੱਖੀ ਦੀ ਪਨੀਰੀ ਨੂੰ ਅੱਗੇ ਵਧਾਉਣਾ ਹੈ ਤੇ ਇਹ ਮਤ ਸੋਚੀਏ ਕਿ ਭਗਤ ਸਿੰਘ ਦਾ ਜੋ ਸ਼ਹਾਦਤ ਪਾ ਗਿਆ ਸੀ ਉਹ ਸਾਡੇ ਪੜੋਸੀ ਦੇ ਘਰ ਜੰਮੇ, ਸਾਡੇ ਘਰ ਨਾ ਜੰਮੇ। ਕੁਰਬਾਨੀ ਦਾ ਜਜ਼ਬਾ ਸਾਡੇ 'ਚ ਨਹੀਂ ਹੋਣਾ, ਇਹ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ। ਜ਼ਿੰਦਗੀ ਦੇ ਸਵਾਸ ਕਿੰਨੇ ਨੇ ਇਹ ਅਕਾਲ ਪੁਰਖ ਪਰਮਾਤਮਾ ਨੇ ਲਿਖੇ ਨੇ, ਲੇਕਿਨ ਉਸ ਨੂੰ ਪ੍ਰਾਪਤ ਕਰਕੇ ਅੱਗੇ ਤੁਰਨਾ, ਸਫਲ ਕਰਨਾ ਇਹ ਸਾਡੇ ਹੱਥ ਵਿੱਚ ਹੈ। ਆਓ ਵਧੀਏ ਇਸ ਪ੍ਰੋਗਰਾਮ ਔਰ ਸਪਿਰਿਟ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਉਸ ਸਪਿਰਿਟ ਦੇ ਨਾਲ ਅੱਗੇ ਵਧੀਏ ਔਰ ਦੇਖੀਏ ਕਿ ਆਓ ਬਨੀਏ ਗੁਰਸਿੱਖ ਪਿਆਰਾ ਦੇ ਵਿਚਕਾਰ ਸਾਡੇ ਅਗਲੇ ਪ੍ਰਤੀਯੋਗੀ ਕਿਹੜੇ ਸਵਾਲਾਂ ਦੇ ਕੀ ਜਵਾਬ ਦਿੰਦੇ ਨੇ। ਸਾਡੇ ਅਗਲੇ ਪ੍ਰਤੀਯੋਗੀ ਹਨ ਰਸ਼ਮੀਤ ਕੌਰ ਜੀ ਛੱਤੀਸਗੜ੍ਹ ਤੋਂ। ਜੀ ਆਇਆਂ ਨੂੰ ਰਸ਼ਮੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਸ਼ਮੀਤ ਕੌਰ ਬੇਮੇਤਰਾ ਛੱਤੀਸਗੜ੍ਹ ਤੋਂ ਬਿਲੋਂਗ ਕਰਨੀ ਆ। ਮੈਂ ਕਾਲਜ ਫਸਟ ਈਅਰ ਦੀ ਸਟੂਡੈਂਟ ਹਾਂ। ਮੇਰੀ ਹੌਬੀਜ਼ ਹੈ ਕੀਰਤਨ ਕਰਨਾ, ਗੁਰਬਾਣੀ ਪੜ੍ਹਨਾ। ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਮੈਂ ਆਓ ਬਨੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋ ਤੇ ਪਹੁੰਚੀ ਹਾਂ। ਇਸ ਕੁਇਜ਼ ਦੇ ਰਾਹੀਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਬਹੁਤ ਅੱਛਾ ਲੱਗਾ ਕਿ ਤੁਹਾਨੂੰ ਆਓ ਬਨੀਏ ਗੁਰਸਿੱਖ ਪਿਆਰਾ ਦੇ ਇਸ ਪ੍ਰੋਗਰਾਮ ਦੀ ਤਿਆਰੀ ਕਰਨ ਵਾਸਤੇ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਔਰ ਸਾਡਾ ਉਦੇਸ਼ ਵੀ ਇਹੀ ਹੈ ਔਰ ਚਾਹੁੰਦੇ ਹਾਂ ਕਿ ਇਸ ਪ੍ਰੋਗਰਾਮ ਦੇ ਰਾਹੀਂ ਘਰ ਘਰ ਗੁਰਬਾਣੀ, ਗੁਰ ਇਤਿਹਾਸ ਨੂੰ ਔਰ ਹੋਰ ਜਾਣਕਾਰੀਆਂ ਜਿਹੜੀਆਂ ਸਿੱਖ ਧਰਮ ਨਾਲ ਸੰਬੰਧਿਤ ਨੇ ਉਹਨਾਂ ਨੂੰ ਪਹੁੰਚਾਇਆ ਜਾ ਸਕੇ। ਸੋ ਹੁਣ ਵਧਾਂਗੇ ਅੱਗੇ ਔਰ ਆਪ ਜੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪ੍ਰਤੀਯੋਗਤਾ ਤੋਂ ਪਹਿਲਾਂ ਉਹਦੇ ਨਿਯਮ ਨੇ ਬੜੇ ਬਰੀਫ ਹੀ ਦੱਸ ਰਹੇ ਸੰਖੇਪ ਵਿੱਚ ਕਿ ਇਹਦੇ 9 ਟੋਟਲ ਪ੍ਰਸ਼ਨ ਨੇ। ਪਹਿਲੇ ਹਿੱਸੇ 'ਚ 5, ਦੂਸਰੇ 'ਚ 4। ਪਹਿਲੇ ਹਿੱਸੇ ਵਿਚਕਾਰ ਆਪ ਨੂੰ 45 ਸੈਕਿੰਡ ਦਾ ਟਾਈਮ ਹੈ, ਦੂਜੇ ਦੇ ਅੰਦਰ 60 ਸੈਕਿੰਡ ਦਾ ਟਾਈਮ ਵੱਧ ਜਾਏਗਾ ਔਰ ਪਹਿਲੇ ਵਿਚਕਾਰ ਹਿੱਸੇ 'ਚ ਤੁਹਾਨੂੰ ਮਿਲੇਗੀ ਇੱਕ ਲਾਈਫਲਾਈਨ ਐਕਸਪਰਟ ਐਡਵਾਈਸ ਦੀ ਔਰ ਦੂਸਰੇ ਹਿੱਸੇ 'ਚ ਮਿਲੇਗੀ 50-50 ਦੀ। ਪਹਿਲੇ ਹਿੱਸੇ 'ਚ ਅਗਰ ਤੁਸੀਂ ਨਹੀਂ ਲੈਂਦੇ ਤੇ ਉਹ ਲਾਈਫਲਾਈਨ ਤੁਸੀਂ ਸੈਕਿੰਡ ਹਿੱਸੇ 'ਚ ਇਸਤੇਮਾਲ ਕਰ ਸਕਦੇ ਹੋ। ਜੇ ਰੂਲ ਸਮਝ ਆ ਗਏ ਹੋਣ ਤੇ ਮੈਂ ਪ੍ਰਤੀਯੋਗਤਾ ਸ਼ੁਰੂ ਕਰਾਂ ਜੀ। ਤੋ ਪ੍ਰਸ਼ਨਾਂ ਦੀ ਲੜੀ ਵਿੱਚੋਂ ਪਹਿਲਾ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ। ਭਾਈ ਮਰਦਾਨਾ ਜੀ ਦੀ ਰਬਾਬ ਦੀ ਕੀ ਵਿਸ਼ੇਸ਼ਤਾ ਸੀ? ਤੁਹਾਡੀਆਂ ਆਪਸ਼ਨਸ ਨੇ ਏ ਤੁਰਪਦੀ ਵਾਲੀ 5 ਤਾਰਾਂ, ਬੀ ਕਾਬੁਲੀ ਵਾਲੀ 5 ਤਾਰਾਂ, ਸੀ ਤੁਰਪਦੀ ਵਾਲੀ 6 ਤਾਰਾਂ, ਡੀ ਫਰਿੰਦੇ ਵਾਲੀ 5 ਤਾਰਾਂ। ਵੀਰ ਜੀ ਆਪਸ਼ਨ ਡੀ ਫਰਿੰਦੇ ਵਾਲੀ 5 ਤਾਰਾਂ। ਆਪਸ਼ਨ ਡੀ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਰਸ਼ਮੀਤ ਕੌਰ ਜੀ ਦਾ ਉੱਤਰ ਕਿੰਨਾ ਕੁ ਠੀਕ ਹੈ।
ਤੁਹਾਡੀ ਆਪਸ਼ਨ ਬਿਲਕੁਲ ਠੀਕ ਹੈ। ਭਾਈ ਮਰਦਾਨਾ ਜੀ ਦੀ ਰਬਾਬ ਦੀ ਵਿਸ਼ੇਸ਼ਤਾ ਸੀ ਕਿ ਉਹ ਫਰਿੰਦੇ ਵਾਲੀ 5 ਤਾਰਾਂ ਵਾਲੀ ਜਿਹੜੀ ਹੈ ਰਬਾਬ ਸੀ, ਜਿਸ ਰਬਾਬ ਨੂੰ ਵਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਾਣੀ ਗਾਇਨ ਕਰਦੇ ਸਨ ਤੇ ਭਾਈ ਮਰਦਾਨਾ ਉਹ ਰਬਾਬ ਵਜਾਇਆ ਕਰਦੇ ਸਨ। ਉਹ ਸੱਚਖੰਡ ਦਾ ਇੱਕ ਐਸਾ ਦ੍ਰਿਸ਼ ਬਣ ਜਾਂਦਾ ਸੀ ਜਿਸ ਨੂੰ ਸੰਗਤ ਆਨੰਦ ਮਾਣਿਆ ਕਰਦੀ ਸੀ। ਅਸੀਂ ਉਸ ਬਾਣੀ ਨੂੰ ਅੱਜ ਵੀ ਯੁਗਾਂ ਯੁਗਾਂ ਤੱਕ ਯਾਦ ਰੱਖਦੇ ਹਾਂ ਔਰ ਅੱਗੋਂ ਵੀ ਯਾਦ ਰੱਖਾਂਗੇ। ਅੱਗੇ ਵਧਾਂਗੇ ਦੂਜੇ ਪ੍ਰਸ਼ਨ ਵੱਲ। ਬੀਬੀ ਭਾਨੀ ਜੀ ਕਿਸ ਗੁਰੂ ਸਾਹਿਬ ਦੀ ਪੁੱਤਰੀ ਸੀ? ਤੁਹਾਡੀਆਂ ਆਪਸ਼ਨਸ ਨੇ ਗੁਰੂ ਅੰਗਦ ਸਾਹਿਬ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਗੁਰੂ ਅਮਰਦਾਸ ਜੀ। ਵੀਰ ਜੀ ਮੈਂ ਆਪਸ਼ਨ ਡੀ ਗੁਰੂ ਅਮਰਦਾਸ ਜੀ ਨਾਲ ਜਾਣਾ ਚਾਹਾਂਗੀ। ਆਪਸ਼ਨ ਡੀ ਨੂੰ ਲੌਕ ਕਰਦੇ ਹਾਂ। ਬੜਾ ਸਿੰਪਲ ਜਿਹਾ ਪ੍ਰਸ਼ਨ ਹੈ, ਲੇਕਿਨ ਠੀਕ ਹੈ ਕਿ ਨਹੀਂ ਦੇਖਦੇ ਹਾਂ। ਬਿਲਕੁਲ ਠੀਕ ਉੱਤਰ ਦਿੱਤਾ ਹੈ ਕਿ ਬੀਬੀ ਭਾਨੀ ਜੀ ਜਿਹੜੇ ਨੇ ਉਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸਪੁੱਤਰੀ ਸਨ। ਅੱਗੇ ਵਧਾਂਗੇ ਤੀਸਰੇ ਪ੍ਰਸ਼ਨ ਵੱਲ। ਹੁਣ ਆਪ ਜੀ ਨੂੰ ਇੱਕ ਆਡੀਓ ਕੁਐਸਚਨ ਆ ਰਿਹਾ ਜਿਹਦੇ ਵਿੱਚ ਭਗਤ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚੋਂ ਇੱਕ ਸ਼ਲੋਕ ਆਪ ਜੀ ਨੂੰ ਸੁਣਾਇਆ ਜਾਏਗਾ ਔਰ ਉਸ ਦੀ ਪਹਿਲੀ ਤੁਕ ਆਪ ਨੂੰ ਸੁਣਾਵਾਂਗੇ ਔਰ ਬਾਕੀ ਦਾ ਹਿੱਸਾ ਆਪ ਨੇ ਕੰਪਲੀਟ ਕਰਨਾ ਹੈ। ਆਡੀਓ ਕਲਿੱਪ ਔਨ ਕੀਤੀ ਜਾ ਰਹੀ ਹੈ। कबीर धरती और आकाश में दोए तू बरी अबद। खट दर्शन संसे परे और 84 सिद्ध। बड़ी जल्दी जवाब दिता है, लेकिन देखते हैं कंप्यूटर जी इस जवाब देना सहमत ने कि नहीं। खट दर्शन संसे परे और 84 सिद्ध। ਤੁਹਾਡਾ ਉੱਤਰ ਬਿਲਕੁਲ ਠੀਕ ਹੈ ਔਰ ਤੁਸੀਂ ਭਗਤ ਕਬੀਰ ਜੀ ਦੇ ਇਹ ਸ਼ਲੋਕ ਜਿਹੜਾ ਕਿ 202ਵਾਂ ਸ਼ਲੋਕ ਹੈ ਇਸ ਨੂੰ ਬੜੇ ਅੱਛੇ ਤਰੀਕੇ ਨਾਲ ਜਵਾਬ ਦਿੱਤਾ ਹੈ। ਹੁਣ ਆਪਣੀ ਮਧੁਰ ਆਵਾਜ਼ ਦੇ ਵਿੱਚ ਇਹ ਪੂਰੀ ਸ਼ਲੋਕ ਨੂੰ ਪੜ੍ਹਨ ਦੀ ਕਿਰਪਾਲਤਾ ਕਰੋ। कबीर तरती आकाश में दुई तू बरी अबाद। खट दर्शन संसे परे और 84 सिद्ध। ਵਧਾਂਗੇ ਅਗਲੇ ਪ੍ਰਸ਼ਨ ਵੱਲ। ਖੁਸ਼ੀ ਹੋਈ ਤੁਸੀਂ ਬਾਣੀ ਕੰਠ ਕੀਤੀ ਹੋਈ ਹੈ, ਅੱਛਾ ਲੱਗਾ। ਚੌਥਾ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ। ਗੁਰਬਾਣੀ ਦੀ ਹੇਠ ਲਿਖੀ ਤੁਕ ਵਿੱਚ ਉਜਾਗਰ ਹੋਏ ਸ਼ਬਦ ਦਾ ਕੀ ਅਰਥ ਹੈ? ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਇਹ ਆਪ ਜੀ ਨੂੰ ਤੁਕ ਸੁਣਾਈ ਦਿਖਾਈ ਦੇ ਰਹੀ ਹੈ। ਇਹਦੇ ਵਿਚਕਾਰ ਥਾਰੇ ਸ਼ਬਦ ਨੂੰ ਹਾਈਲਾਈਟ ਕੀਤਾ ਗਿਆ। ਥਾਰੇ ਸ਼ਬਦ ਨੂੰ ਉਹਦਾ ਅਰਥ ਕੀ ਹੈ? ਉਸ ਲਈ ਆਪ ਜੀ ਲਈ ਆਪਸ਼ਨਸ ਨੇ ਏ ਤੇਰੇ, ਬੀ ਸਾਡੇ, ਸੀ ਸਾਰੇ, ਡੀ ਠਹਿਰੇ ਹੋਏ। ਵੀਰ ਜੀ ਆਪਸ਼ਨ ਏ ਤੇਰੇ। ਆਪਸ਼ਨ ਏ ਨੂੰ ਲੌਕ ਕਰਦੇ ਹਾਂ ਕੰਪਿਊਟਰ ਜੀ। ਦੇਖੀਏ ਕਿ ਉੱਤਰ ਠੀਕ ਹੈ ਕਿ ਨਹੀਂ। ਥਾਰੇ ਦਾ ਸ਼ਬਦ ਤੇਰੇ ਨਾਲ ਜੁੜਦਾ ਹੈ ਕਿ ਨਹੀਂ। ਬਿਲਕੁਲ ਠੀਕ ਉੱਤਰ ਤੁਸੀਂ ਦਿੱਤਾ ਹੈ, ਤੇਰੇ ਯਾਨੀ yours। ਇਹ ਆਨਸਰ ਤੁਹਾਡਾ ਬਿਲਕੁਲ ਠੀਕ ਹੈ ਔਰ ਤੁਸੀਂ 4 ਸਵਾਲਾਂ ਦੇ ਠੀਕ ਜਵਾਬ ਦਿੱਤੇ ਨੇ। ਹੁਣ ਵਧਾਂਗੇ ਅਗਲੇ ਪ੍ਰਸ਼ਨ ਵੱਲ। ਰਸ਼ਮੀਤ ਕੌਰ ਜੀ, 5ਵਾਂ ਪ੍ਰਸ਼ਨ ਤੁਹਾਡੀ ਸਕਰੀਨ ਤੇ। ਸਿੱਖ ਅਚੀਵਰ ਦੀ ਪਹਿਚਾਣ ਕਰੋ। ਆਇਡੈਂਟੀਫਾਈ ਦਾ ਸਿੱਖ ਅਚੀਵਰ। ਤੁਹਾਡੀਆਂ ਆਪਸ਼ਨਸ ਨੇ ਏ ਇਕਬਾਲ ਸਿੰਘ, ਬੀ ਸੰਜੀਵ ਸਿੰਘ, ਸੀ ਬੈਕਮ ਸਿੰਘ, ਡੀ ਬੇਅੰਤ ਸਿੰਘ। ਵੀਰ ਜੀ ਮੈਂ ਆਪਸ਼ਨ ਬੀ ਨਾਲ ਜਾਣਾ ਚਾਹਾਂਗੀ। ਆਪਸ਼ਨ ਬੀ ਸੰਜੀਵ ਸਿੰਘ। ਆਪਸ਼ਨ ਬੀ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਤੁਹਾਡਾ ਉੱਤਰ ਠੀਕ ਹੈ ਕਿ ਨਹੀਂ। ਬਿਲਕੁਲ ਠੀਕ ਉੱਤਰ ਦਿੱਤਾ ਤੁਸੀਂ ਔਰ ਤੁਸੀਂ ਇਸ ਪ੍ਰਤੀਯੋਗਤਾ ਦੇ ਪਹਿਲੇ ਹਿੱਸੇ ਨੂੰ ਸਫਲਤਾਪੂਰਵਕ ਪਾਰ ਕਰ ਗਏ ਹੋ। ਹੁਣ ਤੁਸੀਂ ਦੂਸਰੇ ਹਿੱਸੇ ਪ੍ਰਵੇਸ਼ ਕਰਨ ਜਾ ਰਹੇ ਹੋ। ਸਾਡੀ ਟੀਮ ਵੱਲੋਂ ਮੁਬਾਰਕਬਾਦ। ਔਰ ਇੱਥੇ ਵਿਊਅਰਸ ਅਸੀਂ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ ਦੇ ਵਿਚਕਾਰ ਤੁਸੀਂ ਘਰ ਬੈਠੇ ਹੀ ਆਓ ਬਣੀਏ ਗੁਰਸਿੱਖ ਪਿਆਰਾ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ। ਬ੍ਰੇਕ ਦੇ ਵਿਚਕਾਰ ਇੱਕ ਪ੍ਰਸ਼ਨ ਪੁੱਛਿਆ ਜਾਣਾ। ਆਪ ਜੀ ਨੇ ਸਕਰੀਨ ਤੇ ਦਿੱਤੇ ਮਾਧਿਅਮ ਰਾਹੀਂ ਉਸ ਦਾ ਜਵਾਬ ਸਾਨੂੰ ਭੇਜਣਾ ਹੈ ਔਰ ਉਸ ਦਾ ਜਵਾਬ ਜਦੋਂ ਤੁਸੀਂ ਭੇਜੋਗੇ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ ਤੇ ਆਪਣੀ ਫੋਟੋ, ਸੈਲਫੀ ਨਹੀਂ, ਭੇਜੋਗੇ
ਤੇ ਪਹਿਲੇ 15 ਜੇਤੂਆਂ ਦਾ ਨਾਮ ਅਗਲੇ ਹਫਤੇ ਦੇ ਪ੍ਰੋਗਰਾਮ ਦੇ ਵਿੱਚ ਦਿਖਾਇਆ ਜਾਏਗਾ। तो देर ना करना, जल्दी तो जल्दी जवाब दिओ और किते जाओ ना। ब्रेक तो बाद मेरे को एंकर वीर हरजिंदर सिंह जी इस प्रतियोगिता नूं रशमीत कौर जी नाल अगे चलाणगे। आ रहे हैं बहुत जल्दी बाकी का हिस्सा लैके आप जी का प्यारा प्रोग्राम आओ बनिए गुरसिख प्यारा। ਰਫਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ, ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਸਿਮਕੋ ਤੋਂ। ਸਿਮਕੋ ਸੁਪਰੀਮ हेयर ਫਿਕਸਰ, ਸਿਮਕੋ ਕਲਾਸਿਕ हेयर ਫਿਕਸਰ, ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ। ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪਨ ਸਿਮਕੋ। समीर Wow! Just point and move. स्पेशलिस्ट एलईडी टीवी स्मार्ट फीचर्स के साथ। महंगा होगा, खुद देख ले। बेहतरीन पिक्चर, स्टाइलिश डिजाइन, 3 साल की वारंटी। वाइबर द एलईडी टीवी स्पेशलिस्ट। When it's about style, it's Simco. Simco Swift Power Hairspray in Mega Strong, System Professional and Ultra Strong. Simco Swift Power Hairspray. Style begins with it. ਸਾਡੀ ਮਾਂ ਬੋਲੀ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਆਡੀਅנס ਕੁਐਸਚਨ ਹੈ, ਉਸ ਸਿੱਖ ਕ੍ਰਿਕਟ ਖਿਡਾਰੀ ਦਾ ਨਾਂ ਦੱਸੋ ਜਿਸ ਨੂੰ T20 ਇੰਟਰਨੈਸ਼ਨਲ ਹੋਮ ਸੀਰੀਜ਼ ਲਈ ਹਾਲ ਵਿੱਚ ਚੁਣਿਆ ਗਿਆ ਹੈ। ਆਪ ਜੀ ਆਪਣੇ ਜਵਾਬ ਸਕਰੀਨ ਤੇ ਲਿਖੇ ਪ੍ਰੋਸੀਜਰ ਅਨੁਸਾਰ ਸਾਨੂੰ ਭੇਜ ਸਕਦੇ ਹੋ। ਧੰਨਵਾਦ ਜੀ। ਇੱਕ ਵਾਰੀ ਫਿਰ ਸਵਾਗਤ ਹੈ ਸਾਡੇ ਸਾਰੇ ਪਿਆਰੇ ਸੂਝਵਾਨ ਦਰਸ਼ਕਾਂ ਦਾ। ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ 25ਵੇਂ ਸੀਜ਼ਨ ਦੇ 12ਵੇਂ ਐਪੀਸੋਡ ਵਿੱਚ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਹਿਲੇ ਮੇਰੇ ਕੋ ਐਂਕਰ ਸਰਦਾਰ ਕੁਲਮੋਹਨ ਸਿੰਘ ਦੇ ਨਾਲ ਰਸ਼ਮੀਤ ਕੌਰ ਜੀ ਛੱਤੀਸਗੜ੍ਹ ਤੋਂ ਪਲੇ ਕਰ ਰਹੇ ਸਨ। ਉਹਨਾਂ ਨੇ 5 ਕੁਐਸਚਨਸ ਤੇ ਬਿਲਕੁਲ ਠੀਕ ਜਵਾਬ ਦੇ ਦਿੱਤੇ ਸਨ ਔਰ 6ਵਾਂ ਕੁਐਸਚਨ ਹੁਣ ਅਸੀਂ ਉਹਨਾਂ ਦੇ ਨਾਲ ਸਟਾਰਟ ਕਰਨੇ ਜਾ ਰਹੇ ਹਾਂ। ਰਸ਼ਮੀਤ ਕੌਰ ਜੀ, ਆਪ ਜੀ ਰੈਡੀ ਹੋ? Question 6 of the game. At which place in Shimla Hills Bhai Gurmukh Singh went to see Maharaja of Dholpur for donation for Khalsa College, Amritsar? आप जी दे ऑप्शन सन A गोविंदगढ़, B छोटा घाट, C खंडाला घाट, D दरला घाट। आप जी किस ऑप्शन ਨਾਲ ਜਾਣਾ ਚਾਹੁੰਦੇ? ਸਰ ਐਕਸਪਰਟ ਐਡਵਾਈਸ। ਐਕਸਪਰਟ ਐਡਵਾਈਸ ਲਈ ਅੱਜ ਸਾਡੇ ਨਾਲ ਸਰਦਾਰ ਕੰਵਰਦੀਪ ਸਿੰਘ ਜੀ ਸਿਮਕੋ ਗਰੁੱਪ ਦੇ ਡਾਇਰੈਕਟਰ ਜੁੜ ਰਹੇ ਹਨ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਰਸ਼ਮੀਤ ਕੌਰ ਜੀ ਨੂੰ ਇਸ ਕੁਐਸਚਨ ਵਾਸਤੇ ਹੈਲਪ ਦੇ ਦੇਣ ਤਾਂ ਕਿ ਰਸ਼ਮੀਤ ਕੌਰ ਜੀ ਅੱਗੇ ਪ੍ਰੋਸੀਡ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। In my considered opinion, you should go with option C, Kanda Ghat. ਰਸ਼ਮੀਤ ਕੌਰ ਜੀ, ਸਰਦਾਰ ਕੰਵਰਦੀਪ ਸਿੰਘ ਜੀ ਦਾ ਕਹਿਣਾ ਹੈ ਕਿ ਆਪ ਜੀ ਨੂੰ ਆਪਸ਼ਨ C ਕੰਡਾ ਘਾਟ ਦੇ ਨਾਲ ਜਾਣਾ ਚਾਹੀਦਾ ਹੈ। ਇਹ ਜਵਾਬ ਠੀਕ ਹੈ। ਆਪ ਜੀ ਉਹਨਾਂ ਦੀ ਇਸ ਐਡਵਾਈਸ ਨਾਲ ਸਹਿਮਤ ਹੋ? ਹਾਂਜੀ ਸਰ। C ਆਪਸ਼ਨ ਨੂੰ ਲੌਕ
ਕੀਤਾ ਤੇ ਸਾਨੂੰ ਕੰਪਿਊਟਰ ਜੀ ਨੇ ਵੀ ਸਹਿਮਤੀ ਦੇ ਦਿੱਤੀ। ਆਪ ਜੀ ਪ੍ਰੋਸੀਡ ਕਰ ਗਏ ਹੋ। ਸਰਦਾਰ ਕੰਵਰਦੀਪ ਸਿੰਘ ਜੀ ਦੀ ਇਸ ਗਾਈਡੈਂਸ ਲਈ ਅਸੀਂ ਧੰਨਵਾਦ ਕਰ ਲੈਂਦੇ ਹਾਂ ਉਹਨਾਂ ਦਾ। ਰਸ਼ਮੀਤ ਕੌਰ ਜੀ ਮਿਲ ਕੇ ਬਹੁਤ ਬਹੁਤ ਧੰਨਵਾਦ ਸਰਦਾਰ ਕੰਵਰਦੀਪ। थैंक यू सो मच। You are welcome. बढ़ते हैं अगला क्वेश्चन लेके रश्मीत कौर जी पास। 7th क्वेश्चन ऑफ द गेम। रश्मीत कौर जी आपके लिए स्क्रीन पे। Who is the first Indian origin female to complete a solo unsupported trek to the South Pole? आप जी दे ऑप्शंस A चंद्रप्रीत कौर, B चंदीप कौर, C हरकीरत कौर या D हरप्रीत कौर। आप जी केड़े ऑप्शन नाल रश्मीत कौर जी जाना चाहते हैं? सर 50-50 लाइफ। आप जी दूसरी लाइफ लाइन 50-50 भी लेना चाहते हो तो दो गलत ऑप्शन असी इथों डिलीट कर देने आ ते दो ऑप्शंस जेडे रह जाएंगे ਉਹਦੇ ਵਿੱਚੋਂ आप भी डिसाइड करना। प्लीज दो ऑप्शन गलत ऑप्शन हटाते जान। ए और बी हटाते गए जी। हुण आप जी ने सी और डी ऑप्शन चो सानू दसना है कि केड़ा आंसर इन्हां विचों ठीक है। हरप्रीत कौर डी ऑप्शन। डी ऑप्शन हरप्रीत कौर जी आप भी कहना चाहते हो। असं जल्दी के नाल लॉक करते हैं। डी ऑप्शन लॉक किया जाए एंड इट्स ए करेक्ट आंसर। बहुत बढ़िया जी आप भी प्रोसीड कर गए हो क्वेश्चन नंबर 8 वाल। टाइटल विनिंग दे बहुत नेड़े पहुंच गए हो। साडे दर्शक भी आप जी नूं गुड विशेस दे रहे होंगे घर बैठे कि आप आज तो टाइटल विन करके जाओ। 8th क्वेश्चन ऑफ द गेम इज बिफोर यू। आइडेंटिफाई द रागी सिंह। रागी सिंह जी की पहचान करो। आप जी को आवाज सुनाई जा रही है, बड़े ध्यान नाल आपने आवाज सुनी। गुरु रामदास राखो सरनाई, गुरु रामदास राखो सरनाई। हाँ जी आप जी दे ऑप्शन ए भाई गगनदीप सिंह जी, बी भाई सुरजन सिंह जी, सी भाई सरबजीत सिंह जी या डी भाई करनैल सिंह जी। ऑप्शन डी भाई करनैल सिंह जी। ऑप्शन डी भाई करनैल सिंह जी आप चाहते हो लॉक करिए। सो लॉक करते हैं जी ऑप्शन डी नू। देखते हैं कि आपकी जवाब ठीक है या नहीं। कंप्यूटर भी आप भी ना एग्री करते हैं या नहीं। बिल्कुल ठीक जवाब है भाई करनैल सिंह जी। आप जी ने बड़े ध्यान नाल आवाज सुनी ते उसको रिकॉग्नाइज कर लिया। बहुत बढ़िया आप जी पहुंच गए हो लास्ट क्वेश्चन पर जेड़ा आप जी को आज टाइटल विन करा सकता है अगर आप जी इस तरह ही कंसंट्रेशन करा के जवाब देते रहे। 9th क्वेश्चन आ रहा है जी हुण आप जी के सामने। Which Sikh reigned a field hospital while serving with the US Army in Afghanistan in 2011 and got promoted to the rank of a lieutenant colonel? किस सिख ने 2011 में अफगानिस्तान में अमरीकी फौज की सेवा करते हुए एक फील्ड अस्पताल चलाया अते एक लेफ्टिनेंट कर्नल के रैंक तक तरक्की प्राप्त की? आप जी के ऑप्शंस ए कमल सिंह कलसी, बी अमर सिंह बैंस, सी इंदरपाल सिंह गिल या डी जगपाल सिंह गिल। केड़ी ऑप्शन आप जी को ठीक लगती है? सर मैं ऑप्शन डी दे नाल जाना चाहूंगी। आप जी ऑप्शन डी जगतार सिंह गिल नाल जाना चाहते हो और फाइनल आंसर है क्योंकि आपके पास कोई लाइफ लाइन नहीं। सो अगर आप जी कॉन्फिडेंट हो तो असी डी नू लॉक करिए जी। डी ऑप्शन जगतार सिंह गिल नू लॉक कर रहे हैं जी। रश्मीत कौर जी आप गलती हो गए। ए कमल सिंह कलसी was the correct answer. Anyhow, it's the rule of the game. आप जी आज तो टाइटल तो वांदे रह गए पर आप जी ने बहुत अच्छा परफॉर्म किया। रश्मीत कौर जी आप जी ਨੂੰ ਪਿਆਰ ਤੇ ਸਤਿਕਾਰ ਦੇ ਲਈ ਮੈਂ ਰਿਕਵੈਸਟ ਕਰ ਰਿਹਾ ਸਰਦਾਰ ਭੁਪਿੰਦਰ ਸਿੰਘ ਜੀ ਫਰੈਬੋ ਤੋਂ
ਔਰ ਨਾਲ ਹੀ ਸਾਡੇ ਟੀਮ ਮੈਂਬਰ ਸਰਦਾਰ ਤਰਨਪ੍ਰੀਤ ਸਿੰਘ ਜੀ ਸਿਮਕੋ ਵੱਲੋਂ ਵਾਈਬਰ ਟੀਵੀ ਵੱਲੋਂ ਰੈਬੋ ਵੱਲੋਂ ਆਪ ਜੀ ਨੂੰ ਗਿਫਟ ਹੈਂਪਰ ਅਤੇ ਕੈਸ਼ ਪ੍ਰਾਈਜ਼ ਦੇ ਰਹੇ ਹਨ। ਪਲੀਜ਼ ਐਕਸੈਪਟ। आओ बनिए गुरसिख प्यारा, आओ बनिए गुरसिख प्यारा, आओ ਸਾਡੇ ਨੈਕਸਟ ਕੰਟੈਸਟੈਂਟ ਹਨ ਸਤਿੰਦਰ ਕੌਰ ਜੀ ਸਾਕੇਤ ਨਿਊ ਦਿੱਲੀ ਤੋਂ। ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਰਿਕੁਐਸਟ ਕਰਦੇ ਹਾਂ ਕਿ ਆਪਣੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਿੰਦਰ ਕੌਰ ਨਵੀਂ ਦਿੱਲੀ ਤੋਂ। ਮੈਂ ਹਾਊਸਵਾਈਫ ਹਾਂ। ਮੇਰੀ ਹੌਬੀ ਸਿੱਖ ਇਤਿਹਾਸ ਦੇ ਰਿਲੇਟਡ ਕਿਤਾਬਾਂ ਪੜ੍ਹਨੀਆਂ ਹੈ। ਮੇਰੇ 2 ਬੱਚੇ ਹੈ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਆਪਣੇ ਗੁਰੂਆਂ ਦੀਆਂ ਸਾਖੀਆਂ ਤੇ ਉਹਨਾਂ ਦੇ ਇਤਿਹਾਸ ਦੀ ਜਾਣਕਾਰੀ ਦਿੰਦੀ। ਬਹੁਤ ਵਧੀਆ ਜੀ, ਤੁਸੀਂ ਨਵੀਂ ਪਨੀਰੀ ਨੂੰ ਸੰਭਾਲ ਰਹੇ ਹੋ। ਇਟਸ ਵੈਰੀ ਗੁੱਡ। ਸੋ ਅਸੀਂ ਆਪ ਜੀ ਦੇ ਨਾਲ ਅੱਜ ਇੱਕ ਕੁਇਜ਼ ਸ਼ੁਰੂ ਕਰਨ ਜਾ ਰਹੇ ਹਾਂ। ਗੇਮ ਦੇ ਰੂਲਸ ਮੈਂ ਆਪ ਜੀ ਨੂੰ ਦੱਸ ਦਿਆਂ। देयर विल बी 9 क्वेश्चंस इन ऑल। पहले लेवल पे 5 क्वेश्चन आने हैं, दूसरे लेवल पे 4 क्वेश्चन। पहले 45 सेकंड्स का टाइम होएगा, फिर टाइम बाद पे 60 सेकंड्स हो जाएगा। एक लाइफलाइन एक्सपर्ट एडवाइजरी आपके पास होएगी लेवल 1 पे, जिसमें आप कैरी ओवर कर सकते हो अगर यूज ना करो। और नेक्स्ट लेवल पे एक और लाइफलाइन 50-50 की आप जी लिए अनलॉक हो जाएगी। सो अगर आप जी रेडी हो तो पहला क्वेश्चन क्विज का आप जी को पेश किया। हाँ जी सर जी। फर्स्ट क्वेश्चन ऑफ द गेम इज नाउ ऑन योर स्क्रीन। व्हाट इज द सिग्निफिकेंस ऑफ कड़ा इन सिखिज्म? सिख धर्म विच कड़े दी की महानता है? Option A symbolizes restraint from evil deeds. B symbolizes restraint from superstitions. C unbreakable attachment with God. D all of it. केड़ी ऑप्शन सिंदर कौर जी आपको ठीक लग रही है? ए माड़े कम्मां तो दूर रहने की प्रेरणा देता है। बी अंधविश्वासों तो दूर रहने की प्रेरणा देता है। सी परमात्मा नाल अटूट जुड़ाव। डी ये सारे। हाँ जी सर जी, मैं ऑप्शन डी दे नाल जाना चाहती हूँ। ये सारे आखिर सारे ही ठीक करते हैं कि ये सारियां मानता जेड़ी करे दी है ये सारियां गल्लां दे नाल मिलदी है। लॉक कर दें जी डी ऑप्शन नूं। हाँ जी डी ऑप्शन नूं असीं लॉक कीता। ਅਸੀਂ देख रहे हैं कि आपका आंसर बिल्कुल ठीक हो गया है। कंप्यूटर जी ने 70% कर दी है, आप प्रोसीड कर गए हो। क्वेश्चन नंबर 2। नाउ क्वेश्चन नंबर 2 इज ऑन योर स्क्रीन। गुरु अंगद साहिब जी का प्रकाश कदों होया? When was गुरु अंगद साहिब born? A 1539, B 1519, C 1502, D 1504। केड़ी ऑप्शन आपकी ठीक है? हाँ जी सर जी, मैं ऑप्शन डी नाल जाना चाहती हूँ। 1504 ईस्वी। 1504 देखते हैं जी। लॉक करके डी ऑप्शन नूं कि आपकी का जवाब ठीक है या नहीं। ये बिल्कुल ठीक जवाब है। सतिंदर कौर जी, साडे शो का टाइम अज भी खत्म हो गया। अगले हफ्ते आप जी साडे शो के रोल ओवर कंटेस्टेंट होवोगे। तब तक लई असी अपने दर्शकों को इजाजत लवांगे इस उम्मीद नाल कि अगले हफ्ते और इस शो नाल इसी चैनल ते इसी समय फिर जुड़ांगे। बहुत बहुत धन्यवाद। रब रखा। वाहिगुरू जी का खालसा वाहिगुरू जी